सत श्री अकाल सारे ही दर्शकों का स्वागत है। इस समय ਜਿਹੜੀਆਂ खबरां मैं ਤੁਹਾਨੂੰ ਦੱਸਣ जा रही हाँ, ਪਹਿਲਾਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਹੜੇ-ਕਿਹੜੀਆਂ ਖਬਰਾਂ ਹੋਣਗੀਆਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਕਿ ਕਾਮਿਆਂ ਦੀ ਮਦਦ ਦੇ ਵਾਸਤੇ ਜੋ ਵੇਜ ਸਬਸਿਡੀ ਪ੍ਰੋਗਰਾਮ ਹੈ ਉਸ ਵਿੱਚ ਕੀ ਤਬਦੀਲੀ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਜਗਮੀਤ ਸਿੰਘ ਦੇ ਵੱਲੋਂ ਬੱਚਿਆਂ ਦੀ ਮਦਦ ਦੇ ਵਾਸਤੇ ਫੈਡਰਲ ਸਰਕਾਰ ਤੋਂ ਕਿਹੜੀ ਮੰਗ ਕੀਤੀ ਗਈ ਤੇ ਅੱਜ ਕਿਹੜੇ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ। ਫਿਰ ਦੱਸਾਂਗੇ ਕਿ ਇਮੀਗ੍ਰੇਸ਼ਨ ਦੇ ਤਹਿਤ ਹੁਣ ਕਿਹੜੇ ਸੂਬੇ ਨੇ 500 ਤੋਂ ਵੱਧ ਵਿਅਕਤੀਆਂ ਨੂੰ ਪੀਆਰ ਦੇਣ ਦੇ ਵਾਸਤੇ ਇਨਵੀਟੇਸ਼ਨ ਭੇਜੇ ਨੇ ਤੇ ਫਿਰ ਉਸ ਤੋਂ ਬਾਅਦ ਦੱਸਾਂਗੇ ਕਿ ਕਿਹੜੇ ਸੂਬੇ ਵਿੱਚ ਕਿਰਾਏਦਾਰਾਂ ਨੂੰ ਦਿੱਤੀ ਜਾ ਰਹੀ ਇੱਕ ਸਹੂਲਤ ਜਲਦ ਖਤਮ ਹੋਣ ਜਾ ਰਹੀ ਹੈ। ਫਿਰ ਦਿਖਾਵਾਂਗੇ ਇੱਕ ਕਾਰ ਵਿੱਚ ਕਿਵੇਂ ਧਮਾਕਾ ਹੋਇਆ ਇੱਕ ਥਾਂ ਦੇ ਉੱਤੇ ਤੇ ਇੱਕ ਮੌਤ ਵੀ ਹੋਈ ਤੇ ਫਿਰ ਇੱਕ 23 ਸਾਲ ਦੇ ਨੌਜਵਾਨ ਦੀ ਕਤਲ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਕੀ ਸੀ ਮਾਮਲਾ, ਕਿੱਥੇ ਹੋਇਆ ਸੀ ਕਤਲ, ਇਹ ਸਾਰੀਆਂ ਖਬਰਾਂ ਦੇ ਬਾਰੇ ਤੁਹਾਨੂੰ ਹੁਣ ਵਿਸਥਾਰ 'ਚ ਦੱਸਾਂਗੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਂਦੇ ਹਾਂ ਵੇਜ ਸਬਸਿਡੀ ਪ੍ਰੋਗਰਾਮ ਦੇ ਨਾਲ ਸੰਬੰਧਿਤ ਜੋ ਨਵੀਂ ਜਾਣਕਾਰੀ ਕੈਨੇਡਾ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ, ਜਿਸ ਨੂੰ ਅੱਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸਾਂਝਾ ਕੀਤਾ ਹੈ। ਦਰਅਸਲ ਵੇਜ ਸਬਸਿਡੀ ਪ੍ਰੋਗਰਾਮ ਨੂੰ ਹੋਰ ਅੱਗੇ ਤੱਕ ਵਧਾਉਣ ਦਾ ਜ਼ਿਕਰ ਕੈਨੇਡਾ ਸਰਕਾਰ ਨੇ ਕੀਤਾ ਹੈ, ਜਿਸ ਤਹਿਤ ਹੁਣ ਦਸੰਬਰ 19 ਤੱਕ ਇਸ ਸੰਬੰਧੀ ਮਦਦ ਦਿੱਤੀ ਜਾਵੇਗੀ। ਦਰਅਸਲ ਇਹ ਮਦਦ ਕਾਮਿਆਂ ਨੂੰ ਕੰਮ ਤੇ ਰੱਖਣ ਦੇ ਵਾਸਤੇ ਇੰਪਲੋਇਰਸ ਨੂੰ ਮਿਲਦੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਹੁਣ ਹੋਰ ਜ਼ਿਆਦਾ ਇੰਪਲੋਇਰਸ ਨੂੰ ਸ਼ਾਮਲ ਕੀਤਾ ਜਾਵੇਗਾ ਵੇਜ ਸਬਸਿਡੀ ਪ੍ਰੋਗਰਾਮ ਦੇ ਵਿੱਚ, ਜਿਸ ਤਹਿਤ ਜ਼ਿਆਦਾ ਗਿਣਤੀ ਦੇ ਵਿੱਚ ਇੰਪਲੋਇਰ ਨੇ ਜਿਹੜੇ ਪਹਿਲਾਂ ਜੋ ਯੋਗਤਾ ਰੱਖੀ ਗਈ ਸੀ ਉਸ ਯੋਗਤਾ 'ਚ ਹੋਰ ਢਿੱਲ ਦਿੱਤੀ ਜਾ ਰਹੀ ਹੈ ਤਾਂ ਕਿ ਹੋਰ ਜ਼ਿਆਦਾ ਗਿਣਤੀ ਦੇ ਵਿੱਚ ਕਾਮਿਆਂ ਨੂੰ ਮੁੜ ਤੋਂ ਕੰਮ ਤੇ ਲਿਆਂਦਾ ਜਾ ਸਕੇ। ਹੋਰ ਜ਼ਿਆਦਾ ਗਿਣਤੀ ਦੇ ਵਿੱਚ ਜੋ ਇੰਪਲੋਇਰ ਨੇ ਉਹ ਇਸ ਪ੍ਰੋਗਰਾਮ ਦੇ ਤਹਿਤ ਯੋਗ ਹੋ ਸਕਣ। ਤੁਹਾਨੂੰ ਦੱਸੇ ਕਿ ਅਗਸਤ 17 ਯਾਨੀ ਕਿ ਦਿਨ ਸੋਮਵਾਰ ਨੂੰ ਇਸ ਸੰਬੰਧੀ canada.ca ਦੇ ਉੱਤੇ ਇੱਕ ਕੈਲਕੂਲੇਟਰ ਵੀ ਜਾਰੀ ਕੀਤਾ ਜਾ ਰਿਹਾ ਹੈ ਤੇ 17 ਅਗਸਤ ਤੋਂ ਇਸ ਦੇ ਲਈ ਅਰਜ਼ੀਆਂ ਭਰਨੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। 17 ਅਗਸਤ ਦੀ ਸਵੇਰ ਤੋਂ ਯਾਨੀ ਕਿ ਆਉਣ ਵਾਲੇ ਸੋਮਵਾਰ ਦੀ ਸਵੇਰ ਤੋਂ ਤੁਸੀਂ ਇਸ ਸੰਬੰਧੀ ਅਰਜ਼ੀਆਂ ਭਰ ਸਕਦੇ ਹੋ, ਜਿਸ ਦੇ ਵਿੱਚ ਮੁੜ ਤੋਂ ਕਾਮਿਆਂ ਨੂੰ ਕੰਮ ਦੇ ਉੱਤੇ ਰੱਖਣ 'ਚ ਮਦਦ ਮਿਲੇਗੀ। ਜਿਸ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਵੀ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਵੇਜ ਸਬਸਿਡੀ ਪ੍ਰੋਗਰਾਮ ਦੀ ਵਰਤੋਂ ਸਾਰੇ ਇੰਪਲੋਇਰ ਜ਼ਰੂਰ ਕਰਨ, ਜਿਸ ਤਹਿਤ ਜ਼ਿਆਦਾ ਤੋਂ ਜ਼ਿਆਦਾ ਕਾਮੇ ਜੋ ਮੁੜ ਤੋਂ ਕੰਮ ਤੇ ਆ ਸਕਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਇਹ ਅਜਿਹਾ ਪ੍ਰੋਗਰਾਮ ਹੈ ਜਿਸ ਦੇ ਵਿੱਚ 75% ਤੱਕ ਕਾਮਿਆਂ ਦੀ ਤਨਖਾਹ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਅੱਜ ਜਗਮੀਤ ਸਿੰਘ ਦੇ ਵੱਲੋਂ ਵਿਕਟੋਰੀਆ ਦੇ ਵਿੱਚ ਇੱਕ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਚਾਈਲਡ ਕੇਅਰ ਨੂੰ ਲੈ ਕੇ ਜ਼ਿਕਰ ਕੀਤਾ। ਦਰਅਸਲ ਇਸ ਹਫ਼ਤੇ NDP ਦੇ ਵੱਲੋਂ ਇੱਕ ਮਤਾ ਲਿਆਂਦਾ ਗਿਆ ਸੀ, ਜਿਸ ਨੂੰ ਲਿਬਰਲ ਪਾਰਟੀ ਦੇ ਵੱਲੋਂ ਵੀ ਸਮਰਥਨ ਮਿਲਿਆ ਤੇ ਫਿਰ ਦੋਵਾਂ ਪਾਰਟੀਆਂ ਦੇ ਸਮਰਥਨ ਨਾਲ ਉਹ ਮਤਾ ਪਾਸ ਹੋ ਗਿਆ। ਉਹ ਇਹ ਸੀ ਕਿ ਜੋ ਚਾਈਲਡ ਕੇਅਰ ਦੇ ਵਾਸਤੇ ਬੱਚਿਆਂ ਦਾ ਧਿਆਨ ਰੱਖਣ ਦੇ ਵਾਸਤੇ $2 ਬਿਲੀਅਨ ਦੀ ਮਦਦ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਜਿਸ ਤੋਂ ਬਾਅਦ NDP ਦੀ ਜਦੋਂ ਇਹ ਮੰਗ ਮੰਨ ਲਈ ਗਈ ਤਾਂ ਹੁਣ ਜਗਮੀਤ ਸਿੰਘ ਦਾ ਕਹਿਣਾ ਕਿ ਅਗਲੇ ਆਉਂਦੇ 4 ਸਾਲ ਤੱਕ $10 ਬਿਲੀਅਨ ਤੱਕ ਦੀ ਮਦਦ ਬੱਚਿਆਂ ਦਾ ਧਿਆਨ ਰੱਖਣ ਦੇ ਵਾਸਤੇ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਮੰਗ ਹੁਣ ਸ਼ੁਰੂ ਕੀਤੀ ਗਈ ਹੈ ਜਗਮੀਤ ਸਿੰਘ ਦੇ ਵੱਲੋਂ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮਾਵਾਂ ਨੂੰ ਆਪਣੇ ਬੱਚੇ ਪਾਲਣ ਦੇ ਵਾਸਤੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਵਿੱਤੀ ਤੌਰ ਦੇ ਉੱਤੇ ਉਹ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨ, ਜਿਸ ਦੇ ਲਈ ਚਾਈਲਡ ਕੇਅਰ ਦੇ ਵਾਸਤੇ ਜੋ ਅੱਗੇ ਹੋਰ ਵਿੱਤੀ ਮਦਦ ਹੈ ਉਹ ਵੀ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ ਤੇ $10 ਬਿਲੀਅਨ ਤੱਕ ਦੀ ਮਦਦ ਦੀ ਇਹ ਮੰਗ ਹੁਣ ਜਗਮੀਤ ਸਿੰਘ ਦੇ ਵੱਲੋਂ ਕੀਤੀ ਗਈ ਹੈ। ਜਿਸ ਤੋਂ ਬਾਅਦ ਅੱਜ ਪ੍ਰੀਮੀਅਰ ਜੌਨ ਹੌਰਗਨ ਦੇ ਨਾਲ ਵੀ ਜਗਮੀਤ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਗਈ। ਕਈ ਮੁੱਦਿਆਂ ਦੇ ਉੱਤੇ ਉਹਨਾਂ ਨੇ ਇੱਥੇ ਚਰਚਾ ਕੀਤੀ ਤੇ ਆਪਣੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ, ਜਿਸ ਦੇ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਅੱਜ ਉਹ ਪ੍ਰੀਮੀਅਰ ਜੌਨ ਹੌਰਗਨ ਨੂੰ ਮਿਲੇ ਸਨ ਜੋ ਉਹਨਾਂ ਦੇ ਦੋਸਤ ਨੇ ਤੇ ਇਹ ਬੈਠਕ ਕਾਫੀ ਆਸ਼ਾਵਾਦੀ ਰਹੀ। ਇੱਥੇ ਵੀ ਜ਼ਿਕਰ ਖਾਸ ਹੈ ਕਿ ਜਦੋਂ ਵੀ ਇਹ ਤਸਵੀਰਾਂ ਜਾਰੀ ਕੀਤੀਆਂ ਗਈਆਂ ਤੇ ਜਿੱਥੇ ਵੀ ਕਿਤੇ ਕਾਨਫਰੰਸ ਵੀ ਹੋ ਰਹੀ ਹੈ ਤਾਂ ਵਿੱਥ ਬਣਾ ਕੇ ਜ਼ਰੂਰ ਰੱਖੀ ਜਾ ਰਹੀ ਹੈ, ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਦੇ ਹਾਂ, ਜੋ ਕਿ ਸਸਕੈਚਵਨ ਤੋਂ ਹੈ। ਸਸਕੈਚਵਨ ਦੇ ਵਿੱਚ ਅਗਸਤ 14 ਨੂੰ ਹੀ ਵੱਡੀ ਗਿਣਤੀ ਦੇ ਵਿੱਚ ਇਨਵੀਟੇਸ਼ਨ ਭੇਜੇ ਗਏ ਨੇ PR ਦੇ ਵਾਸਤੇ। ਇਸ ਦੇ ਬਾਰੇ ਹੋਰ ਜਾਣਕਾਰੀ ਤੁਹਾਨੂੰ ਦੱਸਦੇ ਹਾਂ। ਇਸ ਸਮੇਂ ਇਮੀਗ੍ਰੇਸ਼ਨ ਦਾ ਕੰਮ ਮੁੜ ਤੋਂ ਲੀਹ ਤੇ ਆ ਰਿਹਾ ਹੈ, ਜਿਸ ਤਹਿਤ ਹੁਣ ਸਸਕੈਚਵਨ ਦੇ ਵਿੱਚੋਂ ਮੁੜ ਤੋਂ ਇੱਕ ਡਰਾਅ ਕੱਢਿਆ ਗਿਆ ਤੇ 553 ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਤਾਂ ਕਿ SINP ਤਹਿਤ ਉਹ ਫਾਈਲ ਲਗਾ ਸਕਣ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੁਆਇੰਟ ਮਿਲਣਗੇ ਤੇ ਉਹ ਕੈਨੇਡਾ ਦੇ ਵਿੱਚ PR ਦੇ ਵਾਸਤੇ ਆਪਣੀ ਫਾਈਲ ਲਗਾਉਣ ਦੇ ਲਈ ਯੋਗਤਾ ਰੱਖ ਸਕਣਗੇ। ਜੋ ਤਾਜ਼ਾ ਡਰਾਅ ਨਿਕਲਿਆ ਹੈ ਸਸਕੈਚਵਨ ਇਮੀਗ੍ਰੈਂਟ ਨੋਮਨੀ ਪ੍ਰੋਗਰਾਮ ਤਹਿਤ ਅਗਸਤ 14 ਨੂੰ ਕੱਢਿਆ ਗਿਆ, ਜਿਸ ਦੇ ਵਿੱਚ 553 ਵਿਅਕਤੀਆਂ ਨੂੰ ਇਨਵੀਟੇਸ਼ਨ ਮਿਲੇ ਨੇ, ਜਿਸ ਦੇ ਲਈ ਇੰਟਰਨੈਸ਼ਨਲ ਸਕਿਲਡ ਵਰਕਰ ਚੁਣੇ ਗਏ ਸਨ।
ਤੇ ਉਸ ਦੇ ਅਧੀਨ 2 ਸਬ ਕੈਟਾਗਰੀਜ਼ ਨੇ, ਐਕਸਪ੍ਰੈਸ ਐਂਟਰੀ, ਆਕੂਪੇਸ਼ਨਸ ਇਨ ਡਿਮਾਂਡ। ਵੱਖੋ ਵੱਖਰੀਆਂ ਕੈਟਾਗਰੀਜ਼ ਦੇ ਵਾਸਤੇ ਵਿਅਕਤੀ ਚੁਣੇ ਗਏ ਸੀ ਜਿਨ੍ਹਾਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ। ਇੱਥੇ ਜ਼ਿਕਰਯੋਗ ਹੈ ਕਿ ਸਾਲ 2020 ਦੇ ਵਿੱਚ ਹੁਣ ਤੱਕ ਸਭ ਤੋਂ ਵੱਡਾ ਸਸਕੈਚਵਨ ਤੋਂ ਜੋ ਡਰਾਅ ਨਿਕਲਿਆ ਸੀ ਉਹ ਫਰਵਰੀ 13 ਨੂੰ ਨਿਕਲਿਆ ਸੀ, ਜਦੋਂ 646 ਵਿਅਕਤੀਆਂ ਨੂੰ ਪੀਆਰ ਦੇ ਵਾਸਤੇ ਇਨਵੀਟੇਸ਼ਨ ਦਿੱਤੇ ਗਏ ਸੀ। ਤੇ ਉਸ ਤੋਂ ਬਾਅਦ ਫਰਵਰੀ 27 ਨੂੰ ਨਿਕਲਿਆ ਸੀ ਜਦੋਂ 576 ਵਿਅਕਤੀਆਂ ਨੂੰ ਇਨਵੀਟੇਸ਼ਨ ਦਿੱਤੇ ਗਏ ਸੀ, ਜਿਸ ਤੋਂ ਬਾਅਦ ਤੀਜਾ ਇਹ ਸਭ ਤੋਂ ਵੱਡਾ ਡਰਾਅ ਹੈ। ਪਰ ਮਾਰਚ ਤੋਂ ਜਦੋਂ ਤੋਂ ਕੋਵਿਡ-19 ਦੇ ਕਰਕੇ ਹਦਾਇਤਾਂ ਲੱਗੀਆਂ ਤੇ ਕੰਮ ਵੀ ਹੌਲੀ ਹੋ ਗਿਆ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਪਹਿਲਾ ਅਜਿਹਾ ਡਰਾਅ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਵਿਅਕਤੀਆਂ ਨੂੰ ਪੀਆਰ ਦੇ ਵਾਸਤੇ ਇਨਵੀਟੇਸ਼ਨ ਭੇਜੇ ਗਏ ਨੇ। ਇੱਥੇ ਜ਼ਿਕਰਯੋਗ ਹੈ ਕਿ ਵਿਅਕਤੀਆਂ ਦੇ ਅਨੁਭਵ, ਉਹਨਾਂ ਦੀ ਪੜ੍ਹਾਈ ਤੇ ਉਹਨਾਂ ਦੇ ਭਾਸ਼ਾ ਬੋਲਣ ਦੀ ਯੋਗਤਾ, ਉਮਰ ਤੇ ਨਾਲ ਹੀ ਸੂਬੇ ਦੇ ਨਾਲ ਸੰਬੰਧ, ਕਈ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਆਇੰਟ ਸਿਸਟਮ ਦੇ ਤਹਿਤ ਉਹਨਾਂ ਦੀਆਂ ਫਾਈਲਾਂ ਚੁੱਕੀਆਂ ਗਈਆਂ ਨੇ, ਜਿਸ ਦੇ ਵਿੱਚ ਉਹਨਾਂ ਨੂੰ 100 ਵਿੱਚੋਂ ਪੁਆਇੰਟ ਮਿਲੇ ਨੇ। ਅਗਸਤ 14 ਨੂੰ ਨਿਕਲੇ ਇਸ ਡਰਾਅ ਵਾਸਤੇ 69 ਪੁਆਇੰਟ ਘੱਟੋ ਘੱਟ ਸਨ ਦੋਵੇਂ ਕੈਟਾਗਰੀਜ਼ ਦੇ ਲਈ। ਇੱਥੇ ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਉਭਰਨ ਦੇ ਵਾਸਤੇ ਵੱਖੋ ਵੱਖਰੇ ਅਦਾਰੇ ਦੁਬਾਰਾ ਤੋਂ ਉਸੇ ਤਰ੍ਹਾਂ ਕੰਮ ਸ਼ੁਰੂ ਕਰ ਰਹੇ ਨੇ, ਤਾਂ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਕੁਝ ਉਸੇ ਤਰ੍ਹਾਂ ਕੰਮ ਮੁੜ ਤੋਂ ਲੀਹ ਤੇ ਲਿਆਂਦਾ ਜਾ ਰਿਹਾ ਹੈ। ਅਗਲੀ ਖਬਰ ਹੈ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਰਾਏਦਾਰਾਂ ਦੇ ਵਾਸਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਸਹੂਲਤਾਂ ਦਿੱਤੀਆਂ ਗਈਆਂ ਸਨ ਕਿ ਨਾ ਹੀ ਉਹਨਾਂ ਦਾ ਕਿਰਾਇਆ ਵਧਾਇਆ ਜਾ ਸਕਦਾ ਹੈ ਤੇ ਨਾ ਹੀ ਉਹਨਾਂ ਨੂੰ ਐਵਿਕਸ਼ਨ ਨੋਟਿਸ ਦਿੱਤਾ ਜਾ ਸਕਦਾ ਹੈ। ਐਵਿਕਸ਼ਨ ਨੋਟਿਸ ਨਾ ਦਿੱਤੇ ਜਾਣ ਦੀ ਹਦਾਇਤ ਸਤੰਬਰ 1 ਨੂੰ ਖਤਮ ਹੋ ਰਹੀ ਹੈ, ਜਿਸ ਤੋਂ ਬਾਅਦ ਹੁਣ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਵਿਕਸ਼ਨ ਨੋਟਿਸ ਸਤੰਬਰ 1 ਤੋਂ ਬਾਅਦ ਕਿਰਾਏਦਾਰਾਂ ਨੂੰ ਦਿੱਤਾ ਜਾ ਸਕੇਗਾ। ਤੇ ਆਖਿਰ ਜਿਹੜਾ ਕਿਰਾਇਆ ਉਹਨਾਂ ਨੇ ਹੁਣ ਤੱਕ ਨਹੀਂ ਸੀ ਦਿੱਤਾ ਕੋਵਿਡ-19 ਦੇ ਦੌਰਾਨ, ਜਿਹੜੇ ਹਾਲਾਤ ਖਰਾਬ ਹੋਏ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਉਹ ਕਿਰਾਇਆ ਵਾਪਸ ਕਰਨਾ ਪਵੇਗਾ, ਉਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ। ਕੋਵਿਡ-19 ਦੌਰਾਨ ਜਦੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਵਿੱਤੀ ਹਾਲਤ ਖਰਾਬ ਹੋਈ, ਤਾਂ ਕਿਰਾਏਦਾਰ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਮਦਦ ਦਿੱਤੀ ਗਈ, ਉਹਨਾਂ ਨੇ ਮਦਦ ਲਈ ਤੇ ਨਾਲ ਹੀ ਕਈਆਂ ਨੇ ਇਸ ਦਾ ਫਾਇਦਾ ਵੀ ਚੁੱਕਿਆ ਕਿ ਉਹਨਾਂ ਨੂੰ ਇਸ ਸਮੇਂ ਨਾ ਕੱਢਿਆ ਜਾ ਸਕਦਾ ਸੀ, ਨਾ ਕਿਰਾਇਆ ਵਧਾਇਆ ਜਾ ਸਕਦਾ ਸੀ, ਜਿਸ ਕਰਕੇ ਉਹਨਾਂ ਨੇ ਕਿਰਾਇਆ ਵੀ ਨਹੀਂ ਦਿੱਤਾ। ਪਰ ਇਸ ਦੌਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਸ ਸਮੇਂ ਕਿਰਾਇਆ ਨਹੀਂ ਦਿੱਤਾ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਉਹਨਾਂ ਪੈਸਿਆਂ ਨੂੰ ਕਦੀ ਵੀ ਨਹੀਂ ਦੇਣਗੇ, ਜਿਸ ਦੇ ਬਾਰੇ ਹੁਣ ਜਿਹੜਾ ਸਤੰਬਰ 1 ਨੂੰ ਐਵਿਕਸ਼ਨ ਨੋਟਿਸ ਦੇਣ ਦੇ ਹਦਾਇਤ ਖਤਮ ਹੋ ਰਹੀ ਹੈ, ਯਾਨੀ ਕਿ ਕਿਰਾਏਦਾਰਾਂ ਨੂੰ ਘਰ ਦੇ ਵਿੱਚੋਂ ਜਾਣ ਦੇ ਵਾਸਤੇ ਨੋਟਿਸ ਨਹੀਂ ਸੀ ਦਿੱਤਾ ਜਾ ਸਕਦਾ, ਉਹ ਸਤੰਬਰ 1 ਤੱਕ ਹੈ ਤੇ ਸਤੰਬਰ 1 ਤੋਂ ਬਾਅਦ ਫਿਰ ਇਹ ਨੋਟਿਸ ਦਿੱਤਾ ਜਾ ਸਕੇਗਾ। ਘਰਾਂ ਦੇ ਮਾਲਕ ਸਿਰਫ ਹਜੇ ਕਿਰਾਏ ਨੂੰ ਨਹੀਂ ਵਧਾ ਸਕਦੇ, ਪਰ ਉਹ ਨੋਟਿਸ ਜ਼ਰੂਰ ਦੇ ਸਕਦੇ ਨੇ ਜੇਕਰ ਕਿਰਾਏਦਾਰਾਂ ਵੱਲੋਂ ਤੰਗ ਕੀਤਾ ਜਾਂਦਾ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮਾਰਚ 18 ਤੋਂ ਲੈ ਕੇ ਅਗਸਤ 17 ਤੱਕ ਜਿਹੜੇ ਵੀ ਕਿਰਾਏਦਾਰਾਂ ਨੇ ਆਪਣਾ ਕਿਰਾਇਆ ਨਾ ਦਿੱਤਾ ਹੋਵੇ, ਉਹਨਾਂ ਨੂੰ ਸਮਾਂ ਦਿੱਤਾ ਜਾਵੇਗਾ ਕਿ ਉਹ ਅਗਲੇ ਸਾਲ ਜੁਲਾਈ ਮਹੀਨੇ ਤੱਕ ਕਿਰਾਏ ਨੂੰ ਦੇ ਦੇਣ। ਇੱਥੇ ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰ ਵੱਲੋਂ ਮਕਾਨ ਮਾਲਕਾਂ ਨੂੰ ਵਿੱਤੀ ਤੌਰ ਤੇ ਮਦਦ ਤਾਂ ਦਿੱਤੀ ਜਾ ਰਹੀ ਸੀ, ਪਰ ਉਹਨਾਂ ਦਾ ਕਹਿਣਾ ਸੀ ਕਿ ਉਹ ਨਾਕਾਫੀ ਹੈ। ਦਰਅਸਲ ਉਹਨਾਂ ਨੂੰ ਪਰਿਵਾਰ ਜਿਹੜਾ ਪੂਰਾ ਕਿਰਾਏ ਦੇ ਉੱਤੇ ਰਹਿੰਦਾ ਹੈ, ਉਹਨਾਂ ਦੇ ਵਾਸਤੇ $500 ਮਿਲ ਰਹੇ ਸਨ, ਜਿਹੜੇ ਇਕੱਲੇ ਰਹਿੰਦੇ ਨੇ ਉਹਨਾਂ ਵਾਸਤੇ $300 ਮਿਲ ਰਹੇ ਸਨ। ਤੇ ਇਸ ਦੌਰਾਨ ਖਾਸ ਤੌਰ ਦੇ ਉੱਤੇ ਉਹਨਾਂ ਘਰਾਂ ਦੇ ਮਾਲਕਾਂ ਦੇ ਵਾਸਤੇ ਕਾਫੀ ਮੁਸ਼ਕਲ ਹੋ ਗਈ ਸੀ ਜਿਹੜੇ ਸਿਰਫ ਕਿਰਾਏ ਦੇ ਉੱਤੇ ਹੀ ਨਿਰਭਰ ਕਰਦੇ ਨੇ, ਜਿਨ੍ਹਾਂ ਵੱਲੋਂ ਕਈ ਵਾਰ ਆਵਾਜ਼ ਵੀ ਚੁੱਕੀ ਗਈ, ਪਰ ਜਿਹੜੀਆਂ ਹਦਾਇਤਾਂ ਸਨ ਉਹਨਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਪਰ ਹੁਣ 1 ਸਤੰਬਰ ਤੋਂ ਬਾਅਦ ਉਹ ਐਵਿਕਸ਼ਨ ਨੋਟਿਸ ਕਿਰਾਏਦਾਰਾਂ ਨੂੰ ਦੇ ਸਕਣਗੇ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਕਹਿਣਾ ਹੈ ਕਿ ਉਹ ਹੁਣ ਤੱਕ 86,000 ਦੇ ਕਰੀਬ ਘਰਾਂ ਦੇ ਮਾਲਕਾਂ ਦੀ ਮਦਦ ਕਰ ਚੁੱਕੇ ਨੇ ਕਿਰਾਏ ਦੀ ਰਾਸ਼ੀ ਸੰਬੰਧੀ। ਕਿਚਨਰ ਦੇ ਵਿੱਚ ਅੱਜ ਸਵੇਰੇ ਇੱਕ ਕਾਫੀ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਗੱਡੀ ਦੇ ਵਿੱਚ ਧਮਾਕਾ ਹੋ ਗਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਸ ਗੱਡੀ ਵਿੱਚ ਵਿਸਫੋਟਕ ਯੰਤਰ ਪਿਆ ਸੀ ਜੋ ਫਟ ਗਿਆ, ਜਿਸ ਤੋਂ ਬਾਅਦ ਇੱਕ ਮੌਤ ਵੀ ਹੋਈ ਹੈ। ਕਿਚਨਰ ਵਿੱਚ ਅੱਜ ਸਵੇਰੇ ਇੱਕ ਕਾਰ ਵਿੱਚ ਧਮਾਕਾ ਹੋਇਆ। ਇਹ ਧਮਾਕਾ ਡਾਊਨਟਾਊਨ ਕਿਚਨਰ ਕੋਰਟ ਹਾਊਸ ਦੇ ਬਾਹਰ ਹੋਇਆ। ਇਸ ਦੌਰਾਨ ਕਾਰ ਵਿੱਚ ਇੱਕ ਵਿਅਕਤੀ ਮੌਜੂਦ ਸੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਸਵੇਰੇ ਇਹ ਧਮਾਕਾ ਹੋਇਆ ਸੀ, ਪਰ ਦੁਪਹਿਰ ਤੋਂ ਬਾਅਦ ਤੱਕ ਅਧਿਕਾਰੀ ਲਗਾਤਾਰ ਜਾਂਚ ਕਰਦੇ ਰਹੇ ਤੇ ਸੁਰੱਖਿਆ ਦੇ ਮੱਦੇਨਜ਼ਰ ਅਧਿਕਾਰੀਆਂ ਦੇ ਵੱਲੋਂ ਆਲੇ-ਦੁਆਲੇ ਦਾ ਖੇਤਰ ਖਾਲੀ ਕਰਵਾ ਲਿਆ ਗਿਆ, ਜਿਸ ਦੇ ਵਿੱਚ ਕਈ ਲੋਕ ਦਫ਼ਤਰਾਂ 'ਚ ਮੌਜੂਦ ਸਨ ਤੇ ਆਲੇ-ਦੁਆਲੇ ਕਈ ਘਰ ਸਨ, ਉਹਨਾਂ ਵਿੱਚ ਲੋਕ ਮੌਜੂਦ ਸਨ। ਸਭ ਨੂੰ ਘਰਾਂ ਤੋਂ ਤੇ ਦਫ਼ਤਰਾਂ ਤੋਂ ਬਾਹਰ ਜਾਣ ਦੇ ਵਾਸਤੇ ਕਹਿ ਦਿੱਤਾ ਗਿਆ, ਜਿੱਥੇ ਕਿ ਵਾਟਰਲੂ ਰੀਜਨਲ ਪੁਲਿਸ ਸਰਵਿਸ ਦੇ ਵੱਲੋਂ ਫੈਡਰਿਕ ਸਟਰੀਟ, ਸਕਾਟ ਸਟਰੀਟ, ਡਿਊਕ ਸਟਰੀਟ, ਵੈਬਰ ਸਟਰੀਟ, ਇਹਨਾਂ ਸਾਰੀਆਂ ਥਾਵਾਂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਦੇ ਵਿੱਚ ਇੱਕ ਵਿਸਫੋਟਕ ਯੰਤਰ ਮੌਜੂਦ ਸੀ, ਉਹਨਾਂ ਦਾ ਮੰਨਣਾ ਹੈ, ਜਿਸ ਦੇ ਕਰਕੇ ਇਹ ਵਿਸਫੋਟ ਹੋਇਆ, ਜਿਸ ਤੋਂ ਬਾਅਦ ਜਿਸ ਵਿਅਕਤੀ ਦੀ ਮੌਤ ਹੋਈ ਉਸ ਦੇ ਘਰ
ਤੇ ਨਾਲ ਹੀ ਉਸ ਨਾਲ ਸੰਬੰਧਿਤ ਇੱਕ ਹੋਰ ਘਰ ਦੇ ਵਿੱਚ 2 ਥਾਵਾਂ ਦੇ ਉੱਤੇ ਜਾਂਚ ਪੁਲਿਸ ਦੇ ਵੱਲੋਂ ਕੀਤੀ ਗਈ, ਜਿੱਥੇ ਘਰਾਂ ਦੇ ਵਿੱਚ ਵੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। ਪੁਲਿਸ ਅਧਿਕਾਰੀਆਂ ਦੇ ਵੱਲੋਂ ਤਲਾਸ਼ੀ ਤੋਂ ਬਾਅਦ ਕੀ ਮਿਲਿਆ ਇਸ ਦੇ ਬਾਰੇ ਤਾਂ ਨਹੀਂ ਦੱਸਿਆ ਗਿਆ, ਪਰ ਇਹ ਜ਼ਰੂਰ ਪੁਸ਼ਟੀ ਕੀਤੀ ਗਈ ਹੈ ਕਿ ਉਹ ਕਿਸੇ ਹੋਰ ਸ਼ੱਕੀ ਵਿਅਕਤੀ ਦੀ ਭਾਲ ਇਸ ਸਮੇਂ ਨਹੀਂ ਕਰ ਰਹੇ। ਪਰ ਅਧਿਕਾਰੀਆਂ ਨੇ ਪੂਰਾ ਦਿਨ ਅੱਜ ਇਹ ਚੇਤਾਵਨੀ ਜ਼ਰੂਰ ਦੇ ਰੱਖੀ ਕਿ ਖੇਤਰ ਵਿੱਚ ਜਿੱਥੇ ਇਹ ਵਿਸਫੋਟ ਹੋਇਆ ਉਸ ਦੇ ਆਲੇ ਦੁਆਲੇ ਕੋਈ ਵੀ ਵਿਅਕਤੀ ਨਾ ਆਵੇ। ਉਸ ਦੇ ਨੇੜਲੇ ਖੇਤਰਾਂ ਦੇ ਵਿੱਚ ਵਿਅਕਤੀ ਉਦੋਂ ਤੱਕ ਨਾ ਆਉਣ ਜਦੋਂ ਤੱਕ ਜਾਂਚ ਚੱਲ ਰਹੀ ਹੈ। ਵੈਨਕੂਵਰ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਵਿਕਟੋਰੀਆ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਉੱਤੇ ਮਾਮਲਾ ਵੀ ਦਰਜ ਹੋਇਆ, ਜਿਸ ਦੇ ਉੱਤੇ ਕਤਲ ਦਾ ਮਾਮਲਾ ਦਰਜ ਹੋਇਆ। ਵਿਕਟੋਰੀਆ ਦੇ ਇੱਕ 23 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਉੱਤੇ ਮਾਮਲਾ ਵੀ ਦਰਜ ਹੋ ਗਿਆ। ਦਰਅਸਲ ਉਸਨੇ ਵੈਨਕੂਵਰ ਦੇ ਵਿੱਚ ਇੱਕ ਵਿਅਕਤੀ ਦੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਜਿਸ ਦਾ ਕਤਲ ਕੀਤਾ ਗਿਆ ਸੀ ਉਸ ਦਾ ਨਾਮ ਥੋਮਸ ਡਨਾਗੇ ਸੀ, ਜੋ ਕਿ ਸੈਂਟ ਪੌਲ ਹਸਪੀਟਲ ਦੇ ਵਿੱਚ ਕੰਮ ਕਰਦਾ ਸੀ, ਓਵਰਡੋਜ਼ ਪ੍ਰੀਵੈਂਸ਼ਨ ਸਾਈਟ ਦੇ ਉੱਤੇ। ਜੁਲਾਈ 27, 2020 ਦੇ ਦਿਨ ਇਹ ਵਾਪਰਿਆ ਸੀ, ਜਿਸ ਦਿਨ ਜਦੋਂ ਉਹ ਆਪਣੀ ਬ੍ਰੇਕ ਲੈਣ ਦੇ ਵਾਸਤੇ ਕੰਮ ਵਾਲੀ ਥਾਂ ਤੋਂ ਬਾਹਰ ਆਇਆ ਤਾਂ ਉਸੇ ਸਮੇਂ 23 ਸਾਲਾ ਵਿਕਟੋਰੀਆ ਦੇ ਵਿਅਕਤੀ ਹੇਸ ਨੇ ਉਸ ਤੇ ਚਾਕੂ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 41 ਸਾਲ ਸੀ, ਜੋ ਕਿ ਪਿਛਲੇ 4 ਸਾਲ ਤੋਂ ਓਵਰਡੋਜ਼ ਪ੍ਰੀਵੈਂਸ਼ਨ ਸਾਈਟਸ ਦੇ ਉੱਤੇ ਕੰਮ ਕਰ ਰਿਹਾ ਸੀ। ਜਿਸ ਦੇ ਪਰਿਵਾਰਕ ਮੈਂਬਰ ਤੇ ਉਸ ਦੇ ਦੋਸਤਾਂ ਮਿੱਤਰਾਂ ਨੇ ਬਾਅਦ 'ਚ ਦੱਸਿਆ ਕਿ ਉਹ ਇੱਕ ਬਹੁਤ ਵਧੀਆ ਵਿਅਕਤੀ ਸੀ ਤੇ ਉਹਨਾਂ ਨੂੰ ਬਿਲਕੁਲ ਸਮਝ ਨਹੀਂ ਆਇਆ ਕਿ ਆਖਿਰ ਇਸ ਵਿਅਕਤੀ ਨੇ ਕਿਉਂ ਉਸ ਤੇ ਚਾਕੂ ਮਾਰਿਆ ਤੇ ਉਸ ਦਾ ਕਤਲ ਕੀਤਾ। ਸਾਲ 2020 ਦੇ ਵਿੱਚ ਹੋਇਆ ਵੈਨਕੂਵਰ ਦੇ ਅੰਦਰ ਇਹ 9ਵਾਂ ਕਤਲ ਸੀ, ਜਿਸ ਦੇ ਬਾਰੇ ਵੈਨਕੂਵਰ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮੈਕਸਿਮਸ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਜਿਸ ਨੂੰ ਕਿ ਵੀਰਵਾਰ ਦੇ ਦਿਨ ਨਾਰਥ ਵੈਨਕੂਵਰ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਕਿ ਵੈਨਕੂਵਰ ਵਿੱਚ ਹੁਣ ਅਗਸਤ 28 ਨੂੰ ਪੇਸ਼ੀ ਹੋਣੀ ਹੈ। ਇਸ ਦੇ ਬਾਰੇ ਪੁਲਿਸ ਨੇ ਹੀ ਜਾਣਕਾਰੀ ਦਿੱਤੀ ਹੈ। ਅਗਲੀ ਖਬਰ ਹੈ ਕਿ ਬਰੈਂਪਟਨ ਦੇ ਵਿੱਚ ਇੱਕ ਇੰਟਰਨੈਸ਼ਨਲ ਵਿਦਿਆਰਥੀ ਦੇ ਵਜੋਂ 3 ਸਾਲ ਪਹਿਲਾਂ ਇਹ ਨੌਜਵਾਨ ਦੀ ਮੌਤ ਹੋਈ ਹੈ, ਜਿਸ ਦਾ ਪਰਿਵਾਰ ਪੰਜਾਬ ਦੇ ਗੁਰਦਾਸਪੁਰ ਨਾਲ ਸੰਬੰਧਿਤ ਹੈ। ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਕਾਫੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਸੂਰਜਦੀਪ ਸਿੰਘ ਨਾਮਕ ਨੌਜਵਾਨ ਦੀ ਹੱਤਿਆ ਹੋ ਗਈ ਹੈ। ਦਰਅਸਲ ਉਹ ਗੁਰੂ ਘਰ ਤੋਂ ਵਾਪਸ ਆ ਰਿਹਾ ਸੀ ਤੇ ਇਸ ਦੌਰਾਨ ਲੁੱਟ ਦੇ ਮਕਸਦ ਦੇ ਨਾਲ ਉਸ ਦੇ ਉੱਤੇ ਕੁਝ ਵਿਅਕਤੀਆਂ ਨੇ ਹਮਲਾ ਕੀਤਾ, ਪਰ ਇਸ ਹਮਲੇ ਵਿੱਚ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ। ਸੂਰਜਦੀਪ ਸਿੰਘ ਪੰਜਾਬ ਦੇ ਗੁਰਦਾਸਪੁਰ ਨਾਲ ਸੰਬੰਧਿਤ ਹੈ, ਜਿਸ ਦੀ ਮਹਿਜ਼ 23 ਸਾਲ ਉਮਰ ਸੀ ਤੇ ਉਹ 3 ਸਾਲ ਪਹਿਲਾਂ ਕੈਨੇਡਾ ਆਇਆ ਸੀ, ਜੋ ਕਿ ਇੰਟਰਨੈਸ਼ਨਲ ਸਟੂਡੈਂਟ ਵਜੋਂ ਕੈਨੇਡਾ ਆਇਆ ਸੀ। ਤੇ ਪੰਜਾਬ ਵਿੱਚ ਸੂਰਜਦੀਪ ਸਿੰਘ ਦਾ ਪੂਰਾ ਪਰਿਵਾਰ ਮੌਜੂਦ ਹੈ, ਜਿਨ੍ਹਾਂ ਦੀ ਹਾਲਤ ਇਸ ਵੇਲੇ ਕਾਫੀ ਖਰਾਬ ਹੈ। ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਕੈਨੇਡਾ ਤੋਂ ਫੋਨ ਆਇਆ ਸੀ, ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਸੂਰਜਦੀਪ ਸਿੰਘ ਦੇ ਉੱਤੇ ਜਾਨਲੇਵਾ ਹਮਲਾ ਹੋ ਗਿਆ, ਜਿਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ। ਫਿਲਹਾਲ ਇਸ ਦੇ ਬਾਰੇ ਇਹੋ ਜਾਣਕਾਰੀ ਸਾਹਮਣੇ ਆਈ ਹੈ ਕਿ ਲੁੱਟ ਦੇ ਮਕਸਦ ਦੇ ਨਾਲ ਇਹ ਹਮਲਾ ਹੋਇਆ ਸੀ ਤੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਿਹਾ ਸੀ ਸੂਰਜਦੀਪ ਸਿੰਘ। ਹੁਣ ਤੁਹਾਨੂੰ ਦੱਸਾਂਗੇ ਜੋ ਪਹਿਲਾਂ ਇੱਕ ਵਾਰ ਸਾਰੀਆਂ ਖਬਰਾਂ ਅਸੀਂ ਦੱਸੀਆਂ ਸੀ, ਉਹਨਾਂ ਦੇ ਵਿੱਚ ਜਿਹੜੀਆਂ ਮੁੱਖ ਖਬਰਾਂ ਨੇ ਉਹਨਾਂ ਦੇ ਬਾਰੇ ਕਿ ਕੈਨੇਡਾ ਸਰਕਾਰ ਦੇ ਵੱਲੋਂ ਅੱਜ ਜੋ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕਿ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਦੇ ਵਿੱਚ ਜਿਨ੍ਹਾਂ ਨੇ ਮਦਦ ਕੀਤੀ ਹੈ ਉਹ ਰਿਫਿਊਜੀ ਪੱਕੇ ਕਰ ਦਿੱਤੇ ਜਾਣਗੇ। ਨਾ ਸਿਰਫ ਉਹ, ਸਗੋਂ ਉਹਨਾਂ ਦੇ ਪਰਿਵਾਰਾਂ ਨੂੰ ਵੀ PR ਦੇ ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਅੱਜ ਸਵੇਰੇ ਮੌਂਟਰੀਅਲ ਦੇ ਵਿੱਚ ਹੀ ਇਸ ਦਾ ਐਲਾਨ ਕੀਤਾ ਹੈ, ਜਿਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਕਈ ਰਿਫਿਊਜੀਆਂ ਦੇ ਵੱਲੋਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਵੀ ਹਸਪਤਾਲਾਂ ਤੇ ਕਾਫੀ ਅਜਿਹੀਆਂ ਥਾਵਾਂ ਦੇ ਉੱਤੇ ਕੰਮ ਕੀਤਾ ਗਿਆ ਜਿੱਥੇ ਕੋਵਿਡ-19 ਦੇ ਮਰੀਜ਼ ਮੌਜੂਦ ਸਨ ਤੇ ਇਸੇ ਕਰਕੇ ਉਹਨਾਂ ਨੂੰ ਕਿਊਬੈਕ ਵਿੱਚ ਗਾਰਡੀਅਨ ਐਂਜਲਸ ਵੀ ਕਿਹਾ ਜਾ ਰਿਹਾ ਹੈ। ਤੇ ਇਸ ਦੌਰਾਨ ਜਿਹੜੇ ਰਿਫਿਊਜੀ ਪੱਕੇ ਕੀਤੇ ਜਾ ਰਹੇ ਨੇ ਉਹਨਾਂ ਦੇ ਵਾਸਤੇ ਜੋ ਯੋਗਤਾ ਰੱਖੀ ਗਈ ਹੈ ਉਸ ਵਿੱਚ ਇਹ ਹੈ ਕਿ ਮਾਰਚ 13 ਤੋਂ ਪਹਿਲਾਂ ਉਹਨਾਂ ਦੇ ਵੱਲੋਂ ਅਰਜ਼ੀ ਦਾਇਰ ਕੀਤੀ ਗਈ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਕੋਲ ਇਸ ਸਮੇਂ ਵਰਕ ਪਰਮਿਟ ਜ਼ਰੂਰ ਹੋਣਾ ਚਾਹੀਦਾ ਹੈ। ਹੈਲਥ ਕੇਅਰ ਇੰਸਟੀਟਿਊਸ਼ਨ ਦੇ ਵਿੱਚ ਉਹਨਾਂ ਦੇ ਵੱਲੋਂ ਘੱਟੋ ਘੱਟ ਮਾਰਚ 13 ਤੋਂ ਲੈ ਕੇ 14 ਅਗਸਤ ਤੱਕ 120 ਘੰਟੇ ਦਾ ਅਨੁਭਵ ਹੋਣਾ ਚਾਹੀਦਾ ਕੰਮ ਕਰਨ ਦਾ ਤੇ ਇਸੇ ਨਾਲ ਹੀ ਹੈਲਥ ਕੇਅਰ ਇੰਸਟੀਟਿਊਸ਼ਨ ਦੇ ਵਿੱਚ 6 ਮਹੀਨੇ ਤੱਕ ਦਾ ਅਨੁਭਵ ਹੋਣਾ ਚਾਹੀਦਾ ਕੰਮ ਕਰਨ ਦਾ ਤੇ ਨਾਲ ਹੀ ਜੋ ਕਿ ਸਿਹਤ ਨੂੰ ਲੈ ਕੇ ਤੇ ਸੁਰੱਖਿਆ ਨੂੰ ਲੈ ਕੇ ਹਦਾਇਤਾਂ ਹੁੰਦੀਆਂ ਨੇ ਕੈਨੇਡਾ ਦੀ PR ਲੈਣ ਦੇ ਵਾਸਤੇ ਉਹਨਾਂ ਨੂੰ ਪੂਰਾ ਕੀਤਾ ਗਿਆ ਹੋਣਾ ਚਾਹੀਦਾ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ। ਹੁਣ ਤੱਕ ਇਹ ਸਾਹਮਣੇ ਆਇਆ ਕਿ 1000 ਦੇ ਕਰੀਬ ਅਜਿਹੇ ਰਿਫਿਊਜੀ ਨੇ ਜੋ ਕਿ ਇਸ
ਪ੍ਰੋਗਰਾਮ ਦੇ ਲਈ ਯੋਗਤਾ ਰੱਖਦੇ ਨੇ, ਜਿਸ ਦੇ ਵਿੱਚ ਉਹਨਾਂ ਨੂੰ ਪੱਕੇ ਕੀਤਾ ਜਾਵੇਗਾ। ਨਾ ਸਿਰਫ ਉਹ ਰਿਫਿਊਜੀ, ਸਗੋਂ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਪੱਕੇ ਕੀਤੇ ਜਾਣਗੇ। ਇਸ ਦੇ ਬਾਰੇ ਵੀ ਐਲਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਅਧੀਨ ਹੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਪਹਿਲਾਂ ਸੋਚ ਰਹੀ ਸੀ ਕਿ ਨਾ ਸਿਰਫ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਕਾਮੇ, ਸਗੋਂ ਹਸਪਤਾਲਾਂ ਵਿੱਚ ਸਿਕਿਉਰਿਟੀ ਗਾਰਡ ਤੇ ਨਾਲ ਹੀ ਮੇਨਟੇਨੈਂਸ ਸਟਾਫ, ਉਹਨਾਂ ਨੂੰ ਵੀ ਪੱਕੇ ਕੀਤਾ ਜਾਵੇਗਾ ਜੇਕਰ ਉਹ ਰਿਫਿਊਜੀ ਨੇ। ਪਰ ਬਾਅਦ ਵਿੱਚ ਕਾਫੀ ਦੇਰ ਕੈਨੇਡਾ ਸਰਕਾਰ ਤੇ ਕਿਊਬੈਕ ਸਰਕਾਰ ਦੇ ਦਰਮਿਆਨ ਗੱਲਬਾਤ ਚੱਲਦੀ ਰਹੀ, ਜਿਸ ਤੋਂ ਬਾਅਦ ਇਸ ਪ੍ਰੋਗਰਾਮ ਦੇ ਉੱਤੇ ਥੋੜੀ ਸਖਤੀ ਕਰ ਦਿੱਤੀ ਗਈ ਤੇ ਇਸ ਦੇ ਵਿੱਚ ਸਿਰਫ ਉਹਨਾਂ ਨੂੰ ਲਿਆ ਗਿਆ ਜਿਹੜੇ ਕਿ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਸਨ। ਇੱਥੇ ਵੀ ਜ਼ਿਕਰਯੋਗ ਹੈ ਕਿ ਜਿਹੜੇ ਰਿਫਿਊਜੀ ਪੱਕੇ ਕੀਤੇ ਜਾ ਰਹੇ ਨੇ, ਉਹਨਾਂ ਨੂੰ ਹਜੇ ਵੀ CSQ, ਜੋ ਕਿ ਕਿਊਬੈਕ ਸਰਕਾਰ ਦੇ ਵੱਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ, ਉਹ ਲੈਣਾ ਪਵੇਗਾ। ਇੱਥੇ ਜ਼ਿਕਰਯੋਗ ਹੈ ਕਿ ਕਿਊਬੈਕ ਦੇ ਪ੍ਰੀਮੀਅਰ ਨੇ ਮਈ ਮਹੀਨੇ ਹੀ ਕਹਿ ਦਿੱਤਾ ਸੀ ਕਿ ਸੂਬੇ ਦੇ ਵਿੱਚ ਇੱਕ ਕੇਸ ਦੇ ਮੁਤਾਬਕ ਕਿ ਆਖਿਰ ਕਿਹੜਾ ਰਿਫਿਊਜੀ ਕਿਸ ਤਰ੍ਹਾਂ ਕੰਮ ਕਰ ਰਿਹਾ ਤੇ ਕਿੱਥੇ ਕੰਮ ਕਰ ਰਿਹਾ ਹੈ, ਉਸ ਮੁਤਾਬਕ ਦੇਖਿਆ ਜਾਵੇਗਾ ਕਿ ਉਸ ਨੂੰ ਪੱਕੇ ਕੀਤਾ ਜਾਣਾ ਹੈ ਜਾਂ ਨਹੀਂ। ਜਿਸ ਤੋਂ ਬਾਅਦ ਉਹਨਾਂ ਦੇ ਬੱਚੇ ਤੇ ਪਤੀ ਜਾਂ ਪਤਨੀ, ਉਹਨਾਂ ਨੂੰ ਵੀ ਪੱਕੇ ਕਰ ਦਿੱਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਮੌਂਟਰੀਅਲ ਦੇ ਵਿੱਚੋਂ ਕਾਫੀ ਰਿਫਿਊਜੀ ਲਗਾਤਾਰ ਮੰਗ ਕਰ ਰਹੇ ਸਨ ਕਿ ਉਹਨਾਂ ਨੂੰ ਪੱਕੇ ਕੀਤਾ ਜਾਵੇ ਕਿ ਕੋਵਿਡ-19 ਦੌਰਾਨ ਵੱਖੋ ਵੱਖਰੇ ਅਦਾਰਿਆਂ ਵਿੱਚ ਅਸੈਂਸ਼ੀਅਲ ਵਰਕਰਸ ਵਜੋਂ ਉਹਨਾਂ ਨੇ ਕੰਮ ਕੀਤਾ ਹੈ। ਪਰ ਉੱਥੋਂ ਦੇ ਹੁਣ ਸੰਗਠਨ ਇਸ ਦੇ ਉੱਤੇ ਨਾਰਾਜ਼ਗੀ ਦਾ ਪ੍ਰਗਟਾਵਾ ਕਰ ਰਹੇ ਨੇ ਕਿ ਸਿਰਫ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਹੀ ਪੱਕੇ ਕੀਤਾ ਜਾ ਰਿਹਾ ਹੈ, ਕਿਉਂਕਿ ਹੋਰ ਵੀ ਕੋਵਿਡ-19 ਦੇ ਦੌਰਾਨ ਬਹੁਤ ਅਜਿਹੇ ਕੰਮ ਸਨ ਜੋ ਲਗਾਤਾਰ ਉਹਨਾਂ ਦੇ ਵੱਲੋਂ ਕੀਤੇ ਗਏ ਤੇ ਉਸ ਸਮੇਂ ਵੀ ਉਹ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਰਹੇ ਸੀ, ਜਿਸ ਨੂੰ ਲੈ ਕੇ ਨਾਰਾਜ਼ਗੀ ਦਾ ਪ੍ਰਗਟਾਵਾ ਵੀ ਕੀਤਾ ਗਿਆ। ਅਗਲੀ ਖਬਰ ਹੈ ਕਿ ਅਪਡੇਟ ਸਾਹਮਣੇ ਆਈ ਅੱਜ ਕਿ ਕੈਨੇਡਾ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਜਿਵੇਂ ਹੀ ਅਗਸਤ 21 ਨੂੰ ਸਮਾਂ ਮਿਆਦ ਖਤਮ ਹੋ ਰਹੀ ਸੀ, ਜੋ ਰੋਕ ਲਗਾਈ ਗਈ ਸੀ ਬਾਰਡਰ ਬੰਦ ਕਰਨ ਨੂੰ ਲੈ ਕੇ, ਉਸ ਦੇ ਵਿੱਚ ਹੁਣ ਹੋਰ 1 ਮਹੀਨੇ ਦਾ ਵਾਧਾ ਕਰ ਦਿੱਤਾ ਗਿਆ ਹੈ ਤੇ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਸਿਰਫ ਹੁਣ ਅਗਸਤ 21 ਤੱਕ ਨਹੀਂ, ਫਿਲਹਾਲ ਸਤੰਬਰ 21 ਤੱਕ ਬੰਦ ਕਰਨ ਦਾ ਇਹ ਦੱਸਿਆ ਗਿਆ। ਗੈਰ ਜ਼ਰੂਰੀ ਕੰਮਾਂ ਦੇ ਵਾਸਤੇ ਯਾਤਰਾ ਕਰਨ ਦੇ ਉੱਤੇ ਲਗਾਈ ਗਈ ਪਾਬੰਦੀ ਨੂੰ ਅੱਗੇ ਹੋਰ ਜਾਰੀ ਰੱਖਿਆ ਜਾ ਰਿਹਾ ਹੈ। ਕੈਨੇਡਾ ਤੇ ਅਮਰੀਕਾ ਦੇ ਅਧਿਕਾਰੀਆਂ ਨੇ ਇਸ ਦੇ ਉੱਤੇ ਹਾਮੀ ਭਰੀ ਹੈ ਕਿ 1 ਹੋਰ ਮਹੀਨੇ ਵਾਸਤੇ ਕੋਵਿਡ-19 ਦੇ ਕਰਕੇ ਨਾਨ ਐਸੈਂਸ਼ੀਅਲ ਟਰੈਵਲ ਦੇ ਲਈ ਬਾਰਡਰ ਬੰਦ ਰੱਖੇ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਹੁਣ ਤੱਕ ਐਲਾਨ ਕੀਤਾ ਗਿਆ ਸੀ ਕਿ ਅਗਸਤ 21 ਤੱਕ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਬੰਦ ਰਹਿਣਗੇ, ਪਰ ਹੁਣ ਅੱਗੇ ਫੈਸਲਾ ਲੈ ਲਿਆ ਗਿਆ ਕਿ ਸਤੰਬਰ 21 ਤੱਕ ਅਜਿਹਾ ਕੀਤਾ ਜਾਵੇਗਾ, ਜਿਸ ਦੇ ਬਾਰੇ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਦੇ ਵੱਲੋਂ ਅੱਜ ਸਵੇਰੇ ਹੀ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਅਗਲੇ ਹੋਰ 30 ਦਿਨ ਦੇ ਵਾਸਤੇ ਬੰਦ ਰੱਖੇ ਜਾਣਗੇ ਅਗਸਤ 21 ਤੋਂ ਬਾਅਦ, ਯਾਨੀ ਕਿ ਸਤੰਬਰ 21, 2020 ਤੱਕ ਫਿਲਹਾਲ ਫੈਸਲਾ ਲੈ ਲਿਆ ਗਿਆ ਕਿ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਬੰਦ ਰਹਿਣਗੇ। ਇੱਥੇ ਜ਼ਿਕਰਯੋਗ ਹੈ ਕਿ ਬਾਰਡਰ ਬੰਦ ਕਰਨ ਦਾ ਫੈਸਲਾ ਪਹਿਲਾਂ ਲੈ ਲਿਆ ਗਿਆ ਸੀ, ਪਰ ਉਸ ਤੋਂ ਬਾਅਦ ਜੂਨ 9 ਨੂੰ ਕੁਝ ਵਿਅਕਤੀਆਂ ਨੂੰ ਇਜਾਜ਼ਤ ਦੇ ਦਿੱਤੀ ਗਈ ਸੀ ਕਿ ਉਹ ਕੈਨੇਡਾ ਤੇ ਅਮਰੀਕਾ ਦੇ ਅੰਦਰ ਆ ਜਾ ਸਕਦੇ ਨੇ, ਜਿਸ ਤੋਂ ਬਾਅਦ ਇਹ ਵੀ ਸਥਾਈ ਬਣਾਇਆ ਗਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਅਮਰੀਕਾ ਤੋਂ ਕੈਨੇਡਾ ਆਉਣਾ ਹੈ, ਪਰ ਉਹਨਾਂ ਨੂੰ ਘੱਟੋ-ਘੱਟ 15 ਦਿਨ ਦੇ ਵਾਸਤੇ ਆਉਣਾ ਪਵੇਗਾ, 14 ਦਿਨ ਉਹਨਾਂ ਨੂੰ ਉੱਥੇ ਕੁਆਰੰਟਾਈਨ ਕਰਨਾ ਪਵੇਗਾ ਤੇ 15ਵੇਂ ਦਿਨੋਂ ਵਾਪਸ ਜਾ ਸਕਦੇ ਨੇ। ਪਰ ਇਸ ਦੌਰਾਨ ਕਈ ਵਾਰ ਇਹ ਵੀ ਪਾਇਆ ਗਿਆ ਕਿ ਅਮਰੀਕਾ ਤੇ ਕੈਨੇਡਾ ਦੇ ਵਿੱਚੋਂ ਆਉਣ ਵਾਲੇ ਵਿਅਕਤੀਆਂ ਦੇ ਵੱਲੋਂ ਕਾਨੂੰਨ ਦੀ ਉਲੰਘਣਾ ਵੀ ਕੀਤੀ ਗਈ, ਕਿਉਂਕਿ ਕਈ ਵਾਰ ਅਲਾਸਕਾ ਜਾਣ ਦੇ ਵਾਸਤੇ ਆਉਣ ਵਾਲੇ ਅਮਰੀਕਾ ਵਾਸੀਆਂ ਨੂੰ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ਦੇ ਵਿੱਚ ਦੇਖਿਆ ਗਿਆ, ਜਿਸ ਤੋਂ ਬਾਅਦ ਬਾਇਲੋ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਤੇ ਇਸ ਦੇ ਉੱਤੇ ਨਵੀਂ ਰੋਕ ਵੀ ਲਗਾਈ ਗਈ ਤੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਦੇ ਵੱਲੋਂ ਵੀ ਅਮਰੀਕਨਸ ਦੇ ਵਾਸਤੇ ਇਸ ਵਾਸਤੇ ਅਪੀਲ ਕੀਤੀ ਗਈ ਸੀ ਕਿ ਉਹ ਕੈਨੇਡਾ ਵਿੱਚ ਇਸ ਤਰ੍ਹਾਂ ਘੁੰਮਣ ਨਾ ਆਉਣ, ਜਿਸ ਦੇ ਨਾਲ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਖਤਰਾ ਹੋ ਸਕਦਾ ਹੈ ਜੇਕਰ ਕੋਵਿਡ-19 ਦੇ ਕੇਸ ਹੋਰ ਜ਼ਿਆਦਾ ਵੱਧਦੇ ਨੇ। ਓਨਟਾਰੀਓ ਤੋਂ ਸਿੱਖਿਆ ਮੰਤਰੀ ਨੇ ਅੱਜ ਐਲਾਨ ਕੀਤਾ ਹੈ ਕਿ ਫਾਲ ਤੱਕ ਸਕੂਲ ਖੁੱਲ੍ਹ ਜਾਣਗੇ, ਪਰ ਸਕੂਲਾਂ ਦੇ ਵਿੱਚ ਬੱਚਿਆਂ ਤੇ ਸਟਾਫ ਮੈਂਬਰਸ ਦੀ ਸੁਰੱਖਿਆ ਨੂੰ ਸਥਾਈ ਬਣਾਉਣ ਦੇ ਵਾਸਤੇ ਕੋਵਿਡ-19 ਦੌਰਾਨ ਜਿਹੜੇ ਫੈਸਲੇ ਲਏ ਜਾਣਗੇ ਕਿ ਉਹਨਾਂ ਦੇ ਦਰਮਿਆਨ ਵਿੱਥ ਕਿਵੇਂ ਬਣਾ ਕੇ ਰੱਖਣੀ ਹੈ ਤੇ ਸਫਾਈ ਦਾ ਧਿਆਨ ਕਿਵੇਂ ਰੱਖਣਾ ਹੈ ਤੇ ਕਿਹੜੀਆਂ ਹਦਾਇਤਾਂ ਹੋਣਗੀਆਂ ਜਿਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ, ਉਸ ਸੰਬੰਧੀ ਸਾਰੇ ਕੰਮ ਨੂੰ ਲੈ ਕੇ ਜੋ ਫੰਡਿੰਗ ਹੈ ਉਸ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਦੱਸਦੇ ਹਾਂ। ਓਨਟਾਰੀਓ ਤੋਂ ਸਿੱਖਿਆ ਮੰਤਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਸੂਬੇ ਦੇ ਵਿੱਚ $500 ਮਿਲੀਅਨ ਦਾ ਫੰਡ ਜਾਰੀ ਕੀਤਾ ਗਿਆ ਹੈ, ਜੋ ਕਿ ਸਕੂਲਾਂ ਵਿੱਚ ਕੋਵਿਡ-19 ਦੇ ਦੌਰਾਨ ਹਦਾਇਤਾਂ ਨੂੰ ਸਥਾਈ ਬਣਾਉਣ ਦੇ ਵਾਸਤੇ ਵਰਤਿਆ ਜਾਵੇਗਾ, ਜਿਸ ਦੇ ਵਿੱਚ ਬੱਚਿਆਂ ਦੇ ਦਰਮਿਆਨ ਦੂਰੀ ਬਣਾ ਕੇ ਰੱਖਣ,
ਤੇ ਨਾਲ ਹੀ ਸਕੂਲ ਦੇ ਅੰਦਰ ਹਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਦੇ ਵਾਸਤੇ ਵੀ ਇਸ ਦੇ ਉੱਤੇ ਪੈਸਾ ਖਰਚਿਆ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਕਈ ਟੀਚਰ ਯੂਨੀਅਨਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਸੂਬੇ ਦੇ ਵੱਲੋਂ ਜੋ ਤਾਜ਼ਾ ਪਲਾਨ ਦਿੱਤੇ ਗਏ ਨੇ ਉਸ ਦੇ ਨਾਲ ਸੂਬੇ ਦੇ ਵੱਲੋਂ ਕੋਵਿਡ-19 ਦੇ ਨਾਲ ਜਿਹੜੀਆਂ ਸੰਬੰਧਿਤ ਹਦਾਇਤਾਂ ਨੇ ਉਹਨਾਂ ਦੀ ਉਲੰਘਣਾ ਹੋ ਸਕਦੀ ਹੈ ਤੇ ਜਿਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ $50 ਮਿਲੀਅਨ ਵੈਂਟੀਲੇਸ਼ਨ ਸਿਸਟਮ ਤੇ ਨਾਲ ਹੀ $18 ਮਿਲੀਅਨ ਆਨਲਾਈਨ ਪੜ੍ਹਾਈ ਸੰਬੰਧੀ ਚੀਜ਼ਾਂ ਨੂੰ ਅਪਗ੍ਰੇਡ ਕਰਨ ਦੇ ਵਾਸਤੇ ਵਰਤੇ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਇਹ ਫੰਡਿੰਗ ਉਦੋਂ ਐਲਾਨੀ ਗਈ ਹੈ ਜਦੋਂ ਇਸ ਤੋਂ ਪਹਿਲਾਂ ਸਕੂਲ ਬੋਰਡਸ ਨੂੰ ਸੂਬੇ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਜਿਹੜੇ ਵੀ ਉਹਨਾਂ ਕੋਲ ਰਿਜ਼ਰਵ ਫੰਡ ਨੇ ਉਹ ਉਹਨਾਂ ਨੂੰ ਵਰਤ ਸਕਦੇ ਨੇ। ਸਕੂਲਾਂ ਵਿੱਚ ਇਸ ਸਮੇਂ ਕੋਵਿਡ-19 ਦੇ ਦੌਰਾਨ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨ ਦੇ ਵਾਸਤੇ, ਪਰ ਜਿਹੜੇ ਬੋਰਡਸ ਦੇ ਕੋਲ ਉਹ ਰਿਜ਼ਰਵ ਫੰਡ ਨਹੀਂ ਮੌਜੂਦ ਉਹਨਾਂ ਨੂੰ ਸਰਕਾਰ ਦੇ ਵੱਲੋਂ $11 ਮਿਲੀਅਨ ਦੀ ਫੰਡਿੰਗ ਦਿੱਤੀ ਜਾ ਰਹੀ ਹੈ, ਜਿਸ ਦੇ ਵਿੱਚ ਕਿਹਾ ਗਿਆ ਕਿ ਬੋਰਡਸ ਆਪਣੇ ਰਿਜ਼ਰਵ ਫੰਡ ਵੀ ਵਰਤਣ ਤੇ ਇਸ ਦੇ ਨਾਲ ਹੀ $309 ਮਿਲੀਅਨ ਸੂਬੇ ਦੇ ਵੱਲੋਂ ਦਿੱਤਾ ਜਾਵੇਗਾ, ਜਿਸ ਦੇ ਵਿੱਚ $60 ਮਿਲੀਅਨ PPE ਕਿਟਸ ਦੇ ਵਾਸਤੇ ਜੋ ਸਕੂਲਾਂ ਦੇ ਵਿੱਚ ਲੋੜ ਪੈਣ ਦੇ ਉੱਤੇ ਵਰਤੀਆਂ ਜਾਣੀਆਂ ਨੇ ਉਸ ਦੇ ਲਈ ਹੈ ਤੇ $100 ਮਿਲੀਅਨ ਸਕੂਲ ਵਿੱਚ ਸਾਫ਼ ਸਫਾਈ ਤੇ ਸੈਨੀਟਾਈਜ਼ੇਸ਼ਨ ਦੇ ਵਾਸਤੇ ਵਰਤੇ ਜਾਣ ਵਾਲੇ ਸਮਾਨ ਦੇ ਵਾਸਤੇ ਹੈ, ਜਿਸ ਦੇ ਬਾਰੇ ਐਲਾਨ ਜੁਲਾਈ ਮਹੀਨੇ ਦੇ ਵਿੱਚ ਕੀਤਾ ਗਿਆ ਸੀ। ਇਸ ਦੌਰਾਨ ਓਨਟਾਰੀਓ ਦੇ ਸਿੱਖਿਆ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਕੋਵਿਡ-19 ਦੀਆਂ ਹਦਾਇਤਾਂ ਤਹਿਤ ਸਕੂਲਾਂ ਦੇ ਵਿੱਚ ਕਾਫੀ ਸੁਰੱਖਿਅਤ ਮਾਹੌਲ ਦੇ ਅੰਦਰ ਬੱਚੇ ਪੜ੍ਹਨ ਦੇ ਵਾਸਤੇ ਪਰਤ ਸਕਦੇ ਨੇ, ਜਿਸ ਦੇ ਲਈ ਕਿਹਾ ਗਿਆ ਕਿ ਫਾਲ ਤੱਕ ਬੱਚੇ ਸਕੂਲਾਂ ਵਿੱਚ ਪਰਤ ਸਕਦੇ ਨੇ ਜਦੋਂ ਖੁਦ ਨੂੰ ਸੁਰੱਖਿਅਤ ਵੀ ਮਹਿਸੂਸ ਕਰਨਗੇ, ਕਿਉਂਕਿ ਇੰਤਜ਼ਾਮ ਕੁਝ ਅਜਿਹੇ ਕਰ ਦਿੱਤੇ ਜਾਣਗੇ ਸਕੂਲਾਂ ਵਿੱਚ ਜਿਸ ਦੌਰਾਨ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਸਥਾਈ ਬਣਾਇਆ ਜਾਵੇਗਾ। ਡਾਕਟਰ ਵਾਲਟਰ ਰੇਨੋਲਡਸ ਜੋ ਕਿ ਰੈਡ ਡੀਅਰ ਦੇ ਵਿੱਚ ਇੱਕ ਕਲੀਨਿਕ 'ਚ ਕੰਮ ਕਰਦੇ ਸੀ, ਉਹਨਾਂ ਦੇ ਉੱਤੇ ਉਹਨਾਂ ਦੇ ਇੱਕ ਮਰੀਜ਼ ਨੇ ਹਮਲਾ ਕਰ ਦਿੱਤਾ ਤੇਜ਼ਧਾਰ ਹਥਿਆਰ ਦੇ ਨਾਲ, ਜਿਸ ਤੋਂ ਬਾਅਦ ਉਹਨਾਂ ਨੇ ਦਮ ਤੋੜ ਦਿੱਤਾ ਤੇ ਹੁਣ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਵਾਸਤੇ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਸਮਾਗਮ ਕਰਵਾਏ ਜਾ ਰਹੇ ਨੇ। ਅੱਜ ਐਡਮੰਟਨ ਤੇ ਰੈਡ ਡੀਅਰ ਦੇ ਵਿੱਚ ਕਦੋਂ ਤੇ ਕਿਵੇਂ ਹੋਣਗੇ ਇਹ ਸਮਾਗਮ ਉਹ ਤੁਹਾਨੂੰ ਦੱਸਦੇ ਹਾਂ। ਹੁਣ ਅੱਜ ਸ਼ਾਮ ਨੂੰ 7 ਵਜੇ ਰੈਡ ਡੀਅਰ ਤੇ ਐਡਮੰਟਨ ਦੇ ਸਿਟੀ ਹਾਲਸ ਦੇ ਅੱਗੇ ਡਾਕਟਰ ਵਾਲਟਰ ਰੇਨੋਲਡਸ ਨੂੰ ਸ਼ਰਧਾਂਜਲੀ ਦੇਣ ਦੇ ਵਾਸਤੇ ਕੈਂਡਲ ਲਾਈਟ ਵਿਜਲ ਕੀਤਾ ਜਾ ਰਿਹਾ ਹੈ। 45 ਸਾਲਾ ਡਾਕਟਰ ਵਾਲਟਰ ਰੇਨੋਲਡਸ ਦੀ ਸੋਮਵਾਰ ਦੇ ਦਿਨ ਉਹਨਾਂ ਦੇ ਵਾਕ-ਇਨ ਕਲੀਨਿਕ ਦੇ ਵਿੱਚ ਹੀ ਹੱਤਿਆ ਹੋ ਗਈ ਸੀ, ਜਿਨ੍ਹਾਂ ਦੇ ਪਿੱਛੇ 2 ਛੋਟੀਆਂ ਬੱਚੀਆਂ ਤੇ ਉਹਨਾਂ ਦੀ ਪਤਨੀ ਰਹਿ ਗਏ ਨੇ। ਰੈਡ ਡੀਅਰ ਦੇ ਵਿੱਚ ਵਾਕ-ਇਨ ਕਲੀਨਿਕ ਦੇ ਅੰਦਰ ਇਹ ਹਮਲਾ ਹੋਇਆ ਸੀ ਜਦੋਂ ਉਹਨਾਂ ਦੇ ਹੀ ਮਰੀਜ਼ 54 ਸਾਲਾ ਡੈਂਗ ਮੈਬੀਅਰ ਦੇ ਵੱਲੋਂ ਇਹ ਹਮਲਾ ਕੀਤਾ ਗਿਆ, ਜਿਸ ਦੇ ਵੱਲੋਂ ਹਥੌੜੇ ਤੇ ਨਾਲ ਹੀ ਕਿਰਪਾਨ ਵਰਗੇ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਡਾਕਟਰ ਰੇਨੋਲਡਸ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ ਸੀ। ਵਿਲੇਜ ਮਾਲ ਕਲੀਨਿਕ ਨੂੰ ਇਸ ਸਮੇਂ ਬੰਦ ਰੱਖਿਆ ਗਿਆ ਤੇ ਇਸ ਦੌਰਾਨ ਵਿਲੇਜ ਮਾਲ ਦੇ ਸਾਹਮਣੇ ਘਾਹ ਦੇ ਉੱਤੇ ਥਾਂ ਬਣਾਈ ਗਈ ਹੈ ਜਿੱਥੇ ਲੋਕ ਸ਼ਰਧਾਂਜਲੀ ਦੇ ਫੁੱਲ ਭੇਟ ਕਰ ਰਹੇ ਨੇ। ਲਗਾਤਾਰ ਡਾਕਟਰ ਰੇਨੋਲਡਸ ਰੈਡ ਡੀਅਰ ਪ੍ਰਾਇਮਰੀ ਕੇਅਰ ਨੈਟਵਰਕ ਦਾ ਵੀ ਹਿੱਸਾ ਸਨ ਤੇ ਉਸ ਨੈਟਵਰਕ ਦੇ ਵੱਲੋਂ ਸੈਂਟਰਲ ਅਲਬਰਟਾ ਵਿਜਲ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਇੱਕ ਟੇਬਲ ਵੀ ਰੱਖਿਆ ਜਾਵੇਗਾ ਜਿਸ ਦੇ ਉੱਤੇ ਸ਼ਰਧਾਂਜਲੀ ਦੇਣ ਦੇ ਵਾਸਤੇ ਫੁੱਲ ਰੱਖੇ ਜਾ ਸਕਦੇ ਨੇ। ਰੈਡ ਡੀਅਰ ਪ੍ਰਾਇਮਰੀ ਕੇਅਰ ਨੈਟਵਰਕ ਦੇ ਵੱਲੋਂ ਡਾਕਟਰ ਰੇਨੋਲਡਸ ਨੂੰ ਸ਼ਰਧਾਂਜਲੀ ਦੇਣ ਦੇ ਵਾਸਤੇ ਇੱਕ ਰਿਬਨ ਕੈਂਪੇਨ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਵਿੱਚ ਹਰੇ ਤੇ ਨੀਲੇ ਰੰਗ ਦੇ ਰਿਬਨ ਲਗਾਏ ਜਾਣਗੇ ਜਦੋਂ ਕੈਂਡਲ ਲਾਈਟ ਵਿਜਲ ਕੀਤਾ ਜਾਵੇਗਾ ਤੇ ਇਸ ਦੌਰਾਨ ਇਹ ਰਿਬਨ ਇਸ ਵਿਜਲ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਅਕਤੀਆਂ ਨੂੰ ਦਿੱਤੇ ਜਾਣਗੇ। ਰੈਡ ਡੀਅਰ ਤੋਂ ਮੇਅਰ ਤਾਰਾ ਵੀਰ ਵੀ ਇਸ ਵਿਜਲ ਦਾ ਹਿੱਸਾ ਹੋਣਗੇ, ਜਿਸ ਤੋਂ ਬਾਅਦ ਉਹ ਮੀਡੀਆ ਦੇ ਨਾਲ ਗੱਲਬਾਤ ਵੀ ਕਰਨਗੇ ਤੇ ਸ਼ੁੱਕਰਵਾਰ ਦੇ ਦਿਨ ਯਾਨੀ ਕਿ ਅੱਜ ਹੀ ਸ਼ਾਮ ਨੂੰ 7 ਵਜੇ ਐਡਮੰਟਨ ਦੇ ਵਿੱਚ ਵੀ ਰੈਡ ਡੀਅਰ ਦੀ ਤਰ੍ਹਾਂ ਹੀ ਕੈਂਡਲ ਲਾਈਟ ਵਿਜਲ ਹੋ ਰਿਹਾ ਹੈ, ਜਿਸ ਨੂੰ ਕਿ ਐਡਮੰਟਨ ਜ਼ੋਨ ਮੈਡੀਕਲ ਸਟਾਫ ਐਸੋਸੀਏਸ਼ਨ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ। ਹਰ ਥਾਂ ਦੇ ਉੱਤੇ ਕੋਵਿਡ-19 ਦੇ ਕਰਕੇ ਜਿਹੜੀਆਂ ਹਦਾਇਤਾਂ ਲੱਗੀਆਂ ਹੋਈਆਂ ਨੇ ਉਹਨਾਂ ਮੁਤਾਬਕ 200 ਵਿਅਕਤੀਆਂ ਦੇ ਪਹੁੰਚਣ ਤੱਕ ਦੀ ਮਿਆਦ ਹੀ ਰੱਖੀ ਗਈ ਹੈ। ਇਸ ਦੌਰਾਨ ਜਿੰਨੇ ਵੀ ਡਾਕਟਰ ਇਸ ਵਿਜਲ ਦੇ ਵਿੱਚ ਹਿੱਸਾ ਲੈ ਰਹੇ ਨੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਉਹ ਸਫੇਦ ਕੱਪੜੇ ਪਾਉਣ ਤੇ ਉੱਤੇ ਆਪਣੇ ਲੈਬ ਕੋਟ ਪਾ ਕੇ ਆਉਣ। ਇਸ ਦੌਰਾਨ ਰੈਡ ਡੀਅਰ ਤੋਂ ਡਾਕਟਰ ਰੇਨੋਲਡਸ ਦੇ ਇੱਕ ਦੋਸਤ ਡਾਕਟਰ ਜੌਨ ਦੇ ਵੱਲੋਂ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵੱਲੋਂ ਹੁਣ ਤੱਕ $2 ਲੱਖ ਤੱਕ ਇਕੱਠੇ ਕੀਤੇ ਜਾ ਚੁੱਕੇ ਨੇ। ਇਹ ਪੈਸਾ ਡਾਕਟਰ ਰੇਨੋਲਡ ਦੀਆਂ ਧੀਆਂ ਦੀ ਪੜ੍ਹਾਈ ਦੇ ਉੱਤੇ ਖਰਚਿਆ ਜਾਵੇਗਾ। ਇਸ ਦੌਰਾਨ ਡਾਕਟਰ ਰੇਨੋਲਡ ਦੇ ਦੋਸਤਾਂ ਦੇ ਵੱਲੋਂ ਜਾਣਕਾਰੀ ਇਹ ਵੀ ਦਿੱਤੀ ਗਈ ਕਿ ਸਾਊਥ ਅਫਰੀਕਾ ਤੋਂ ਡਾਕਟਰ ਰੇਨੋਲਡ ਆਪਣੀ ਪਤਨੀ ਨਾਲ 2003 ਵਿੱਚ ਕੈਨੇਡਾ ਆਏ ਸੀ। 3 ਸਾਲ ਮੈਨੀਟੋਬਾ ਰਹਿਣ ਤੋਂ ਬਾਅਦ ਉਹ ਸਾਲ 2006 ਵਿੱਚ ਰੈਡ ਡੀਅਰ ਦੇ ਵਿੱਚ ਆ ਗਏ ਸਨ ਤੇ ਉਸ ਤੋਂ ਬਾਅਦ ਲਗਾਤਾਰ ਉਹ ਇੱਥੇ ਹੀ ਰਹਿ ਰਹੇ ਸੀ। ਇਸ ਦੇ ਨਾਲ ਮੈਨੂੰ ਪੁਨੀਤ ਕੌਰ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ PNCN। ਜਲਦ ਹਾਜ਼ਰ ਹੋਵਾਂਗੇ ਨਵੀਆਂ ਅਪਡੇਟਸ ਦੇ ਨਾਲ।